बिस्मिल्लाहिर्रहमानिर्रहीम अस्सलामुअलैकुम दोस्तों, क्या हाल चाल हैं। मैं उम्मीद करता हूं कि मेरे तमाम दोस्त खैरियत से होंगे। मैं तारक चौधरी, आप देख रहे हैं मुझे अजीज़ कैटल फार्म एंड फ्लाई सेंटर हासलपुर से। आज है 3 जुलाई 2025 और दिन है आज जुमे रात का। मेरा आज भी मंडी जाने का इरादा था जो चोरस्तान में लगती है, डारावाला मंडी, 75 मोड़ मंडी। पिछले जुमे रात को हम गए थे, व्लॉग बनाया था हमने, तो इस दफ़ा नहीं जा सका। मैंने बताया पहले भी आपको कि शहजाद भाई और शाहद भाई इधर नहीं है, वो लाहौर में है, तो इस वजह से फिर मैं अकेला था, मैं जा नहीं सका। अच्छा, उस मंडी ਦੇ ਵਿੱਚ ਅਸੀਂ ਜਾਣਾ ਸੀ ਮੇਨ ਬੱਕਰੀਆਂ ਲੈਣ ਵਾਸਤੇ। ਉੱਥੇ ਸਿਰਫ ਬੱਕਰੀ ਹੁੰਦੀ ਵੀ ਬੱਕਰੀਆਂ ਲੈ ਕੇ ਆਵਾਂਗੇ, ਉਹ ਮੈਂ ਜਾ ਨਹੀਂ ਸਕਿਆ। ਤੇ ਬਾਕੀ ਮੈਂ ਬੱਕਰੀਆਂ ਦੀਆਂ ਵੀਡੀਓ ਲਾਈਆਂ ਤੇ ਕਾਫੀ ਦੋਸਤਾਂ ਨੇ ਉਹਨਾਂ ਨੂੰ ਪਸੰਦ ਵੀ ਕੀਤਾ ਤੇ ਬੜੇ ਸਲਾਹ ਮਸ਼ਵਰੇ, ਬੜੇ ਮੈਸੇਜ ਮੈਨੂੰ ਆ ਰਹੇ ਆ। ਸਿਆਣੇ ਬੰਦੇ ਕਹਿੰਦੇ ਆ ਕੰਮ ਕਰਨ ਤੋਂ ਪਹਿਲੇ ਸਲਾਹ ਜਿਹੜੀ ਹੈ ਨਾ ਉਹ ਕੰਧ ਕੋ ਵੀ ਲੈ ਲੈਣੀ ਚਾਹੀਦੀ ਹੈ। ਲੇਕਿਨ ਮੇਰਾ ਇਹ ਯਕੀਨ ਹੈ ਕਿ ਸਲਾਹ ਲੈਣੀ ਕੰਧ ਕੋ ਚਾਹੀਦੀ ਆ, ਬੰਦਿਆਂ ਕੋ ਸਲਾਹ ਲੈਣੀ ਨਹੀਂ ਚਾਹੀਦੀ। ਅੱਛਾ, ਉਹ ਕਿਉਂ? ਹੁਣ ਪਰਸੋਂ ਅਸੀਂ ਇੱਥੇ ਐਸੀ ਜਗ੍ਹਾ ਤੇ ਅਸੀਂ ਬੱਕਰੀਆਂ ਛੱਡੀਆਂ ਹੋਈਆਂ ਸੀ, ਐਸੇ ਜਗ੍ਹਾ ਤੇ ਮੈਂ ਨਾ ਵੀਡੀਓ ਬਣਾ ਰਿਹਾ ਸੀ। ਇਧਰੋਂ ਇੱਕ ਬੰਦਾ ਆਇਆ, ਮੈਨੂੰ ਵੀਡੀਓ ਬਣਾਉਂਦੇ ਨੂੰ ਰੋਕਿਆ। ਮੈਂ ਰੋਕ ਕੇ ਇੱਕ ਵਾਰੀ ਮੇਰੀ ਗੱਲ ਸੁਣ। ਮੈਂ ਰੁਕ ਗਿਆ। ਭਾਈ ਤਾਰਕ ਆਖੇ ਕੀ ਹਾਲ ਆ? ਮੈਂ ਕਿਹਾ ਠੀਕ ਆ। ਨਾਲ ਦੇ ਪਿੰਡ ਦਾ ਸੀ, ਮੈਨੂੰ ਜਾਣਦਾ ਸੀਗਾ। ਮੈਂ ਉਹਨੂੰ ਇੰਨਾ ਜ਼ਿਆਦਾ ਨਹੀਂ ਜਾਣਦਾ ਸੀ, ਮਾੜਾ ਮੋਟਾ ਮੇਰੀ ਅੱਗੇ ਕਿਤੇ ਦੇਖਿਆ ਹੋਏਗਾ, ਲੇਕਿਨ ਮੈਨੂੰ ਉਹ ਜਾਣਦਾ ਸੀ। ਆਖੇ ਕੀ ਹਾਲ ਆ? ਮੈਂ ਕਿਹਾ ਠੀਕ ਆ ਵੀਰੇ। ਬੱਕਰੀਆਂ ਚਰਾ ਰਹੇ? ਆਖੇ ਮੈਂ ਕਿਹਾ ਬੱਕਰੀਆਂ ਚਰਾ ਰਹੇ। ਕਹਿੰਦਾ ਤੂੰ ਬੱਕਰੀਆਂ, ਆਖੇ ਤੂੰ ਨਸਲੀ ਰੱਖ ਯਾਰ, ਤੂੰ ਇਹ ਕੀ ਰੱਖੀਆਂ ਹੋਈਆਂ ਦਗੜਾ ਮਗੜਾ ਦੀਆਂ ਤੇ ਕਰਾਸ ਬੱਕਰੀਆਂ, ਦਰਮਿਆਨੀਆਂ ਬੱਕਰੀਆਂ ਰੱਖੀਆਂ, ਤੂੰ ਕੋਈ ਨਸਲ ਰੱਖ। ਮੈਂ ਕਿਹਾ ਅੱਛਾ, ਇਹ ਸਲਾਹ ਆ ਰਹੀ ਹੈ। ਇਹ ਸਲਾਹ ਜਿਹੜੀ ਨਹੀਂ, ਸਿਆਣੇ ਕਹਿੰਦੇ ਵੀ ਸਲਾਹ ਕੰਧ ਕੋ ਵੀ ਲੈ ਲੈਣੀ ਚਾਹੀਦੀ ਹੈ। ਤਾਂ ਮੈਂ ਫਿਰ ਕੱਲ ਮੇਰਾ ਯਕੀਨ ਬਣ ਗਿਆ ਪਰਸੋਂ ਵੀ ਸਲਾਹ ਬੰਦਿਆਂ ਕੋਲ ਲੈਣੀ ਨਹੀਂ ਚਾਹੀਦੀ, ਕੰਧ ਕੋ ਲੈਣੀ ਚਾਹੀਦੀ। ਮੈਂ ਉਹਨੂੰ ਕਿਹਾ ਯਾਰ ਤੂੰ ਬੰਦਾ ਵਾਵਾ, ਮੈਨੂੰ ਸਿਆਣਾ ਲੱਗਦਾ। ਮੈਂ ਨਾ ਉਹਨੂੰ, ਮੇਰੇ ਕੋਲ 3-4 ਇੱਥੇ ਵਿੱਚ ਬੱਕਰੀਆਂ ਫਿਰਦੀਆਂ, ਚੰਗੀਆਂ ਤਗੜੀਆਂ ਬੱਕਰੀਆਂ ਵਾ। 2 ਬੱਕਰੇ ਆ, ਚੰਗੇ ਸੁਥਰੇ ਬੱਕਰੇ ਆ। ਇੱਕ ਤਾਂ ਬਰੀਡਰ ਆ ਸਾਡਾ, ਇੱਕ ਮਲਕ ਸ਼ਬੀਰ ਸਾਹਿਬ ਦਾ ਬੱਕਰਾ। ਮੈਂ ਨਾ ਉਹਨੂੰ ਫੜ ਕੇ ਉਹ ਦਿਖਾਏ। ਮੈਂ ਕਿਹਾ ਯਾਰ ਆਹ ਹੁਣ ਨਸਲ ਮਾੜੀ ਤੇ ਨਹੀਂ? ਮੈਨੂੰ ਕਹਿੰਦਾ ਹਾਂ ਆਹ 4-5 ਅਖੇ ਸਹੀ ਆ, ਸਾਰੀਆਂ ਹੀ ਇਦਾਂ ਦੀਆਂ ਪਾ। ਮੈਂ ਕਿਹਾ ਯਾਰ ਮੈਂ ਨਾ 5 ਹੀ ਵੇਚਣੇ ਆ ਤੇਰੇ ਕੋਲੇ। ਮੈਂ ਕਿਹਾ ਕੋਈ ਗਾਹਕ ਹੈਗਾ? ਕਹਿੰਦਾ ਕਿੰਨੇ ਦੇ ਵੇਚਣੇ ਆ? ਮੈਂ ਕਿਹਾ ਬੱਕਰੀ ਜਿਹੜੀ ਆ ਨਾ ਉਹ 2.5 ਲੱਖ ਦੀ ਆ, ਤੇ ਬੱਕਰੇ ਜਿਹੜੇ ਆ, ਬੱਕਰਾ 2.5 ਲੱਖ ਦਾ ਜਿਹੜਾ ਵੱਡਾ, ਦੂਜਾ 2 ਲੱਖ ਦਾ, ਤੇ ਬੱਕਰੀ ਜਿਹੜੀ ਆ 2.25 ਲੱਖ ਦੀ ਆ। ਉਸ ਹਿਸਾਬ ਨਾਲ ਮੈਂ ਦੇ ਦੂੰ। ਉਹ ਬੱਕਰੀਆਂ ਮਾਸ਼ਾ ਚੰਗੀਆਂ ਤਗੜੀਆਂ ਬੱਕਰੀਆਂ। ਕਿਸੇ ਦਿਨ ਮੈਂ ਉਹ ਤੁਹਾਨੂੰ ਦਿਖਾ ਦਾਂਗਾ ਬੱਕਰੀਆਂ ਵੀ। ਜਦੋਂ ਮੈਂ ਇਹ ਗੱਲ ਕੀਤੀ ਨਾ, ਫਿਰ ਬੁੱਲਾਂ ਤੇ ਜੀਭ ਜੀ ਫੇਰਨ ਲੱਗ ਗਿਆ। ਆਸੇ ਪਾਸੇ ਦੇਖ ਕੇ ਕਹਿੰਦਾ ਇੰਨਾ ਆਖੇ ਔਖਾ ਵਿਕਦਾ, ਇਹਦਾ ਗਾਹਕ ਆਖੇ ਫਿਰ ਏਡਾ ਵੱਡਾ ਗਾਹਕ ਲੱਭਣਾ ਔਖਾ ਹੁੰਦਾ। ਮੈਨੂੰ ਦਵਾ ਦਵ ਕਹਿੰਦਾ ਉਹ ਫਲਾਨਾ ਨਹੀਂ, ਉਹ ਜਿਹੜਾ ਬੰਦਾ ਉਹਨੇ 11 ਲੱਖ ਦੀ ਬੱਕਰੀ ਵੇਚੀ। ਮੈਂ ਕਿਹਾ ਮੈਨੂੰ ਪਤਾ ਜਿਹੜੀ ਵੇਚੀ, ਮੈਨੂੰ ਤਾਂ ਗਾਹਕ ਦੇ ਹੈ ਨਾ। ਮੈਨੂੰ ਜਦੋਂ ਨਾਲ ਦੇ ਪਿੰਡ ਚੋਂ ਆਇਆ, ਮੈਨੂੰ ਕੰਮ ਕਰਦੇ ਨੂੰ ਰੋਕਿਆ, ਮੈਨੂੰ ਸਲਾਹ ਦਿੱਤੀ ਵੀ ਨਸਲੀ ਮਾਲ ਪਾ। ਮੈਂ ਕਿਹਾ ਨਸਲ ਖੜੀ ਹੈ ਨਾ, ਮੈਂ ਵੇਚਣੀ ਹੈ ਨਾ, ਮੈਨੂੰ ਗਾਹਕ ਦੇ। ਫਿਰ ਤਾਠਾਂ ਦੇਖੇ। ਮੈਂ ਉਹਨੂੰ ਕਿਹਾ ਆਹੀ ਮਸਲਾ ਨਸਲ ਦਾ ਜਿਹੜਾ ਤੂੰ ਕਹਿ ਰਿਹਾ ਨਾ, ਇਹ ਸਲਾਹ ਹਰ ਬੰਦਾ ਹੀ ਦਿੰਦਾ। ਉਹ ਵੀ YouTube ਤੋਂ ਮੁਤਾਸਰ ਹੋਇਆ ਵੀਡੀਓ ਦੇਖ ਕੇ ਵੀ ਨਸਲੀ ਮਾਲ, ਨਸਲੀ ਮਾਲ, ਨਸਲੀ ਮਾਲ। ਪਹਿਲੇ ਉਹ ਕਹਿ ਕੇ ਨਸਲ ਤੇ ਪੈਸਾ ਲਵਾ ਦੇਣਾ। ਪੈਸਾ ਲਵਾਉਣ ਵਾਲਾ ਹੈਗਾ ਕੌਣ? ਯੂਟਿਊਬਰ। ਉਹ ਵਿਚਾਰੇ ਆਪਦੀ ਰੋਜ਼ੀ ਰੋਟੀ ਲਈ ਟੱਕਰਾਂ ਕੰਧਾਂ 'ਚ ਮਾਰਦੇ ਫਿਰਦੇ ਆ ਵੀ ਕੋਈ ਝੂਠ ਸੱਚ ਕਿੱਦਾਂ ਕਰਕੇ ਕੋਈ 4 ਵਿਊਜ਼ ਪੈਣ ਤੇ $4 ਸਾਡੇ ਬਣ ਜਾਣ। ਆਹ ਕਹਾਣੀ, ਹੋਰ ਕੋਈ ਸ਼ੈ ਨਹੀਂ, ਬਕਵਾਸ ਆ ਸਾਰਾ। ਕੀ ਆ ਨਸਲ ਯਾਰ? ਇਹ ਹਰਾਮ ਆ, ਇਹਨਾਂ ਦਾ ਗੋਸ਼ਤ ਨਹੀਂ ਖਾ ਹੁੰਦਾ। ਜਾਂ ਤੇ ਹੋਵੇ ਵੀ ਮੁਲਕ ਸਾਡਾ UK ਵਰਗਾ ਹੋਵੇ, ਅਮਰੀਕਾ ਵਰਗਾ ਹੋਵੇ, ਲੋਕਾਂ ਕੋਲ ਵਾਫਰ ਪੈਸਾ ਹੋਵੇ, ਕਾਰੋਬਾਰ ਵਾਫਰ ਹੋਣ, ਲੋਕਾਂ ਨੂੰ ਪੈਸੇ ਦੀ ਟੈਨਸ਼ਨ ਨਾ ਹੋਵੇ। ਇੱਥੇ ਤਾਂ ਜ਼ਹਿਰ ਖਾਣ ਨੂੰ ਹੈ ਨਹੀਂ, ਲੋਕ ਰੋਟੀ ਖਾਣ ਤੋਂ ਬੈਠੇ ਆ। ਸਲਾਹ ਦੇਣ ਵਾਲਾ ਕਹਿੰਦਾ ਤੂੰ ਨਸਲੀ ਮਾਲ ਪਾ। ਉਹ ਫਸ ਗਿਆ ਇੱਥੇ। ਅੱਛਾ, ਜਦੋਂ ਇਸ ਗੱਲ ਤੇ ਤਾਂ ਫਸ ਗਿਆ, ਹੁਣ ਉਹ ਮੇਰੇ ਕੋਲ ਜਾਨ ਛੜਾਵੇ, ਮੈਂ ਇਹਦੀ ਜਾਨ ਨਾ ਛੱਡਾ। ਮੈਂ ਕਿਹਾ ਯਾਰ ਤੂੰ ਕੋਈ ਫੋਨ ਕਰ, ਕੋਈ 7 ਯਾਰ ਬੰਦੇ, ਮੈਂ ਵਿੱਚੋਂ ਰਾਇਤ ਵੀ ਕਰ ਦੂੰ। ਮੈਂ ਕਿਹਾ ਬੰਦੇ ਤਾਂ ਸਾਦਾ ਨਾ, ਮੈਂ ਵੇਚਣੇ। ਮੈਂ ਤਾਂ ਬੜਾ ਤੰਗ ਆਇਆ ਹੋਇਆ ਨਸਲ ਤੋਂ, ਮੈਂ ਤਾਂ ਦੋਗਲੀਆਂ ਜੀਆਂ ਲੈਣੀਆਂ। ਮੈਂ ਉਹਨੂੰ ਕਿਹਾ ਵੇਲਾ 50 ਬੱਕਰੀਆਂ ਮੇਰੇ ਕੋਲੇ, ਮੈਂ ਤੈਨੂੰ 5 ਦਾ ਕਿਹਾ, ਤੂੰ ਮੈਨੂੰ ਆ ਕੇ ਨਸਲ ਦਾ ਕਿਹਾ ਤੇ ਉਹ ਤੇਰੇ ਕੋਲ ਨਹੀਂ ਵਿਕੀ। ਮੈਂ ਕਿਹਾ ਮੈਂ ਇੱਕ ਕਸਾਈ ਨੂੰ ਫੋਨ ਕਰਦਾ, ਉਹਨੇ ਸਾਰੀਆਂ ਹੀ ਲੈ ਲੈਣੀਆਂ, ਮੇਰਾ ਨੁਕਸਾਨ ਨਹੀਂ ਆਏਗਾ। ਮੈਂ ਕਿਹਾ ਆਖੇ ਇਹ ਗੱਲ ਤਾਂ ਸਹੀ। ਅੱਛਾ, ਇਸ ਗੱਲ ਤੋਂ ਹਟਿਆ, ਸਲਾਹ ਦੇਣੋਂ ਫਿਰ ਨਹੀਂ ਗਿਆ। ਫਿਰ ਮੈਨੂੰ ਕਹਿੰਦਾ
ਉਹ ਯਾਰ ਆ ਨਸਲ ਨਾ ਰੱਖ, ਤੂੰ ਸਿੰਧ ਗਿਆ ਕਦੀ ਅਖੇ? ਮੈਂ ਕਿਹਾ ਗਿਆ। ਉੱਥੇ ਚਿੱਟੀਆਂ ਨਾ ਕਹਿੰਦਾ ਬੱਕਰੀਆਂ ਕਮੂਰੀ ਨਸਲ ਦੀਆਂ ਉਸਤਾਦ, ਐਡੇ ਐਡੇ ਕੰਨ ਕਹਿੰਦਾ ਉਹਨਾਂ ਦੇ। ਮੈਂ ਕਿਹਾ ਅੱਛਾ। ਅਖੇ ਤੂੰ ਉਹ ਬੱਕਰੀਆਂ ਰੱਖ ਲਾ। ਮੈਂ ਕਿਹਾ ਅੱਛਾ, ਉਹ ਕਿੰਨੇ ਦੀ ਆ? ਮੈਂ ਕਿਹਾ ਉਹ ਕਹਿੰਦਾ 5 ਲੱਖ ਦੀ, 6 ਲੱਖ ਦੀ। ਮੈਂ ਅਖੇ ਅੱਗੇ ਇੱਕ ਵਾਰੀ ਗਿਆ ਉੱਥੇ, ਉੱਥੋਂ ਮੈਂ ਲੈ ਕੇ ਆਇਆ 120 ਬੱਕਰੀ। ਫਿਰ ਆਖੇ ਮੈਂ ਗਿਆ ਇੱਕ ਦਫਾ ਮੈਂ ਲੈ ਕੇ ਆਇਆ 50 ਬੱਕਰੀ। ਇੱਕ ਦਫਾ ਮੈਂ 20 ਬੱਕਰੀਆਂ ਲੈ ਕੇ ਆਇਆ। ਮੈਂ ਕਿਹਾ ਉਹ ਕਿੱਥੇ ਆ? ਆਖੇ ਉਹ ਇਸ ਇਲਾਕੇ 'ਚ ਕਾਮਯਾਬ ਨਹੀਂ ਹੁੰਦੀਆਂ। ਮੈਂ ਕਿਹਾ ਤੂੰ ਫਿਰ ਮੈਨੂੰ ਸਲਾਹ ਕਿਉਂ ਦੇ ਰਿਹਾ? ਆਹ ਤਾਂ ਲੋਕਾਂ ਦੇ ਹਾਲ। ਉਹ ਮੈਂ ਉਹਨੂੰ ਕਿਹਾ ਯਾਰ ਤੂੰ ਗਿਆ ਹੀ ਨਹੀਂ ਲੈਣ, ਤੈਨੂੰ ਪਤਾ ਹੀ ਨਹੀਂ, ਤੂੰ ਵੀਡੀਓ ਹੀ ਦੇਖੀਆਂ। ਤੂੰ ਗਿਆ ਹੁੰਦਾ ਤੈਨੂੰ ਪਤਾ ਹੁੰਦਾ। ਮੈਂ ਕਿਹਾ ਤੈਨੂੰ ਇੰਨਾ ਹੀ ਨਹੀਂ ਪਤਾ ਵੀ ਉਹ ਬੱਕਰੀ ਹੈ ਕਿੰਨੇ ਦੀ ਆ, ਉਹਦਾ ਕੀ ਹਿਸਾਬ ਆ ਕੀ ਨਹੀਂ। ਮੈਂ ਕਿਹਾ ਟੋਟਲ ਆਪਣਾ ਜਿਹੜਾ ਇੱਥੋਂ ਲੈ ਕੇ ਨਾ ਜਿੱਥੇ ਅਸੀਂ ਬੈਠੇ ਆ ਤੇ ਆ ਦਾਦੂ ਆ ਸੱਖਰ ਵਾਲੀ ਸਾਈਡ ਜਿਹੜੀ ਨਾ ਇਹਦੇ ਆਸ-ਪਾਸ ਜਿਹੜੀਆਂ ਮੰਡੀਆਂ ਲੱਗਦੀਆਂ ਟੰਡੂ ਆਦਮ, ਇਹਨਾਂ ਮੰਡੀਆਂ ਦੇ ਵਿੱਚ ਉਹ ਬੱਕਰੀ ਆਮ ਮਿਲ ਜਾਂਦੀ ਆ। ਕਮੋਰੀ ਇਸ ਦਫਾ ਈਦ ਦੇ ਦਿਨਾਂ 'ਚ ਮੈਂ ਮਦਰਸਾ ਮੰਡੀ 'ਚ ਵੀ ਦੇਖੀ, ਲੂਡਰ ਮੰਡੀ 'ਚ ਵੀ ਬੱਕਰੀ ਮੈਂ ਨਾ ਵਿਰਦੇ ਵੇਲੇ ਵਪਾਰੀ ਲੈ ਕੇ ਆਇਆ ਸੀ ਤੇ ਮੈਂ ਦੇਖੀ ਉਹ ਬੱਕਰੀ ਮੈਨੂੰ ਬਹੁਤ ਅੱਛੀ ਲੱਗਦੀ। ਪੂਰੇ ਪਾਕਿਸਤਾਨ 'ਚੋਂ ਉਹ ਬੱਕਰੀ ਮੈਨੂੰ ਸੋਹਣੀ ਲੱਗਦੀ ਹੈ। ਮੈਨੂੰ ਨਹੀਂ ਪਤਾ ਉਹਦਾ ਦੁੱਧ ਕਿੰਨਾ ਜਾਂ ਗੋਸ਼ਤ ਕੀ ਕਿੰਨਾ ਪੈਦਾ ਕਰਦੀ ਹੈ, ਮੈਨੂੰ ਉਹ ਸੋਹਣੀ ਲੱਗਦੀ, ਦਿਲ ਨੂੰ ਲੱਗਦੀ ਮੇਰੇ ਬੱਕਰੀ, ਪਤਾ ਨਹੀਂ ਕੀ ਵਜ੍ਹਾ। ਅੱਛਾ, ਮੈਂ ਉਹਨੂੰ ਕਿਹਾ ਯਾਰ ਵੀ ਤੂੰ ਬੱਕਰੀ ਪਾਲੀ ਨਹੀਂ ਕਦੀ ਅੱਜ ਤੱਕ, ਤੈਨੂੰ ਪਤਾ ਹੀ ਨਹੀਂ। ਮੈਨੂੰ ਕਹਿੰਦਾ ਕਿ ਨਹੀਂ ਉਹ ਉਸ ਇਲਾਕੇ ਦੀ ਬੱਕਰੀ ਇਸ ਇਲਾਕੇ 'ਚ ਆ ਕੇ ਰਹਿ ਨਹੀਂ ਸਕਦੀ। ਹੁਣ ਅੱਗੋਂ ਮੈਨੂੰ ਸਲਾਹ ਦੇ ਉੱਤੇ ਸਲਾਹ ਚੜ੍ਹੀ ਜਾਂਦਾ। ਮੈਂ ਕਿਹਾ ਵੀ ਉਹ ਰਹਿ ਕਿਉਂ ਨਹੀਂ ਸਕਦੀ? ਉਹਨੂੰ ਕੀ ਆ? ਉਹ ਹੀਰ ਦੀ ਡੋਰੀ ਨਾਲ ਆਈ ਹੋਈ ਹੈ ਵੀ ਉਹ ਰਹਿ ਨਹੀਂ ਸਕਦੀ? ਜਾਂ ਉਹ ਕੀ ਖਾਂਦੀ ਹੈ ਵੀ ਉਹ ਐਸੇ ਕਿਹੜੇ ਬਿਸਕੁਟ ਆ ਜਿਹੜੇ ਨਹੀਂ ਲੱਭਦੇ ਉਹਦੇ ਲਈ? ਮੈਂ ਕਿਹਾ ਇੱਥੋਂ ਲੈ ਕੇ ਉੱਥੋਂ ਤੱਕ ਟੋਟਲ 700 ਕਿਲੋਮੀਟਰ ਸਫ਼ਰ ਆ, 800 ਹੋ ਜਾਏਗਾ ਕਿਉਂਕਿ ਇੱਥੋਂ ਕਰਾਚੀ ਜਿਹੜੀ ਆ ਉਹ 1100 ਕਿਲੋਮੀਟਰ ਆ ਤੇ ਉਹ ਤਾਂ ਬਹੁਤ ਪਿੱਛੇ ਰਹਿ ਜਾਂਦਾ ਨਾ। ਸੱਖਰ ਤੇ ਆ ਖੜੋਤਾ ਉਹ 600 ਕਿਲੋਮੀਟਰ ਬੜੀ ਮੁਸ਼ਕਿਲ ਨਾਲ ਹੋਏਗਾ। ਸੱਖਰ ਸੈਂਟਰ 'ਚ ਪੈ ਜਾਂਦਾ ਸਾਨੂੰ। ਤੇ ਮੈਂ ਕਿਹਾ ਵੀ ਇੰਨਾ ਕੀ ਹੈ ਯਾਰ, ਤੇ 600 ਕਿਲੋਮੀਟਰ ਸਫ਼ਰ ਕਰਨ ਨਾਲ ਕਿਹੜਾ ਬਰਫ਼ ਵਾਲਾ ਇਲਾਕਾ? ਮੈਂ ਕਿਹਾ ਉਧਰ ਆ ਗਿਆ, ਆਹੀ ਚੋਲਿਸਤਾਨ ਜਿਹੜਾ ਉਧਰ ਚੋਲਿਸਤਾਨ ਆ, ਇੱਥੇ ਵੀ ਪਾਣੀ ਹੈ ਨਹੀਂ, ਉੱਥੇ ਵੀ ਪਾਣੀ ਹੈ ਨਹੀਂ, ਇੱਥੇ ਵੀ ਕੁਛ ਹੈ ਨਹੀਂ, ਉੱਥੇ ਵੀ ਕੁਛ ਹੈ ਨਹੀਂ ਹੈ। ਇੱਥੇ 50 ਸੈਂਟੀਗ੍ਰੇਡ ਟੈਂਪਰੇਚਰ ਤੇ ਬੈਠੇ ਆ ਤੇ ਉਹ ਕਿਹੜਾ ਮੈਂ ਕਿਹਾ -16 ਤੇ ਬੈਠੇ ਆ, ਉਹ ਵੀ ਮੈਂ ਕਿਹਾ ਉੱਥੇ 50 ਤੇ ਬੈਠੇ ਆ। ਇੱਥੇ ਵੀ ਬਾਰਿਸ਼ਾਂ ਘੱਟ ਹੁੰਦੀਆਂ, ਉੱਥੇ ਵੀ ਘੱਟ ਹੁੰਦੀਆਂ। ਇਧਰੋਂ ਵੀ ਦੱਖਣ ਦੀ ਹਵਾ ਚੱਲਦੀ ਐ ਇਸ ਸਾਈਡ ਦੀ, ਉਧਰੋਂ ਵੀ ਇਧਰ ਚੱਲਦੀ। ਸਾਲ 'ਚ ਬਾਰਿਸ਼ ਉੱਥੇ ਵੀ ਐਵੇਂ ਇੱਕਾ ਦੁੱਕਾ ਹਲਕੀ ਫੁਲਕੀ ਹੁੰਦੀ, ਉਹੀ ਇੱਥੇ ਹੁੰਦੀ। ਜਿਹੜੀ ਕਪਾਹ ਐ ਸੀ ਮੈਂ ਕਿਹਾ ਇੱਥੇ ਬੀਜਦੇ ਆ, ਉਹੀ ਉੱਥੇ ਬੀਜਦੇ। ਇੱਥੇ ਕਣਕ ਹੁੰਦੀ, ਇਹ ਦੋ ਹੀ ਫਸਲਾਂ, ਕੀ ਫਰਕ ਆ? ਇਹ ਮੈਂ ਕਿਹਾ 4 ਘੰਟਿਆਂ ਦਾ ਰਾਹ, ਗੱਡੀ ਬੰਦੇ ਕੋਲ ਚੱਜ ਦੀ ਹੋਵੇ ਜਿਹੜੀ, ਤੇ 4 ਘੰਟਿਆਂ 'ਚ ਮੈਂ ਕਿਹਾ ਬੰਦਾ ਸੱਖਰ ਪਹੁੰਚ ਜਾਂਦਾ। ਉਹ ਛੋਟਾ ਜਿਹਾ ਤੇ ਮੁਲਕ ਆ। ਮੈਂ ਕਿਹਾ ਉਹ ਇਹ ਵੱਡੇ ਮੁਲਕਾਂ ਦੀ ਗੱਲ ਹੁੰਦੀ ਆ, ਜਿੱਦਾਂ ਰੂਸ ਹੋ ਗਿਆ ਜਾਂ ਇੰਡੀਆ ਆਪਣੇ ਨਾਲ ਕਾਫੀ ਤਗੜਾ ਮੁਲਕ ਆ, ਅਮਰੀਕਾ ਹੋ ਗਿਆ ਬਹੁਤ ਵੱਡਾ ਮੁਲਕ ਆ। ਅਮਰੀਕਾ ਦਾ ਮੈਂ ਸੁਣਿਆ ਕਿ ਅਮਰੀਕਾ ਦੇ ਵਿੱਚੋਂ ਜਹਾਜ਼ ਉੜੇ ਤੇ ਅਮਰੀਕਾ ਦੇ ਅੰਦਰ 12 ਘੰਟੇ ਜਹਾਜ਼ ਉੜਦਾ, ਐਡਾ ਵੱਡਾ ਮੁਲਕ ਆ। ਸਾਡਾ ਸਵੇਰੇ ਉੱਥੇ ਤੇ ਸ਼ਾਮੀ ਉੱਥੇ, ਪਤਾ ਹੀ ਨਹੀਂ ਲੱਗਦਾ ਜੀ। ਅੱਜ ਬੰਦਾ ਕਰਾਚੀ ਆ, ਸਵੇਰੇ 6-8 ਘੰਟਿਆਂ ਬਾਅਦ ਬੰਦਾ ਕਾਰ ਦੇ ਉੱਤੇ ਬੰਦਾ ਇਸਲਾਮਾਬਾਦ ਫਿਰਦਾ ਹੁੰਦਾ। ਇੰਨਾ ਕੁ ਮੁਲਕ ਆ ਕਿ ਉਹ ਸਾਰਾ YouTube ਨੇ ਜ਼ਿਹਨ ਬਣਾਇਆ ਹੋਇਆ। ਦੇਖੋ ਬੱਕਰੀ ਦਾ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਕਿ ਇਹ ਜਿੱਦਾਂ ਨਾ ਹੁਣ ਸਾਡੇ ਸ਼ਹਿਦ ਆ, ਅੱਲਾਹ ਤਾਲਾ ਨੇ ਕਿਹਾ ਕਿ ਸ਼ਹਿਦ ਜਿਹੜੀ ਨਾ ਇੱਕ ਅੱਛੀ ਚੀਜ਼ ਆ, ਇਹਦਾ ਕੁਰਾਨ 'ਚ ਕਾਫੀ ਜ਼ਿਕਰ ਆ, ਇਹਦੀ ਮੱਖੀ ਦਾ ਵੀ ਜ਼ਿਕਰ ਆ। ਸਾਡੇ ਹੁਣ ਨਾ ਇੱਥੇ ਜਿਹੜੇ ਅੱਗੋਂ ਵੇਚਣ ਵਾਲੇ ਆ ਉਹਨਾਂ ਨੇ ਇਹਦੀਆਂ ਕੈਟਾਗਰੀਆਂ ਕਰ ਲਈਆਂ, ਆ ਨਿੱਕੀ ਮੱਖੀ ਦਾ। ਹਾਲਾਂਕਿ ਕੁਰਾਨ ਦੇ ਵਿੱਚ ਮੈਂ ਨਹੀਂ ਪੜ੍ਹਿਆ, ਹੋ ਸਕਦਾ ਮੇਰਾ ਨਾਕਸ ਇਲਮ ਹੋਵੇ। ਅਗਰ ਤੁਸੀਂ ਇਸ ਬਾਰੇ 'ਚ ਬਿਹਤਰ ਜਾਣਦੇ ਹੋ ਤਾਂ ਕਮੈਂਟਸ ਲਾਜ਼ਮੀ ਕਰੋ ਕਿ ਸ਼ਹਿਦ ਦਾ ਜ਼ਿਕਰ ਹੈ। ਇਹ ਨਹੀਂ ਵੀ ਨਿੱਕੀ ਮੱਖੀ ਦਾ ਖਾਣਾ, ਵੱਡੀ ਦਾ ਨਹੀਂ ਖਾਣਾ, ਤੇ ਫਲਾਨੀ ਦਾ ਨਹੀਂ ਖਾਣਾ, ਟਮਕਾਨੀ ਦਾ ਨਹੀਂ ਖਾਣਾ, ਸਾਰਾ ਖਾ ਸਕਦੇ। ਸਾਰਾ ਹੀ ਸ਼ਹਿਦ ਦਾ ਮਤਲਬ ਆ ਉਹ ਸਾਰਾ ਹੀ ਨਫਾ ਦੇ ਰਿਹਾ ਇਨਸਾਨ ਨੂੰ, ਸਾਰਾ ਦੇ ਰਿਹਾ, ਛੋਟੀ ਵੱਡੀ ਦਾ ਹੈ ਹੀ ਨਹੀਂ। ਹੁਣ ਅਸੀਂ ਕਿਉਂਕਿ ਦਿਹਾੜੀ ਲਾਉਣੀ ਹੁੰਦੀ ਹੈ ਨਾ, ਅਸੀਂ ਦਿਹਾੜੀ ਲਾਉਣੀ ਹੁੰਦੀ ਹੈ ਤੇ ਅਸੀਂ ਹੁਣ ਉਹਨੂੰ ਛੋਟੀ ਦਾ ਕਰਤਾ, ਦਰਮਿਆਨੀ ਦਾ ਕਰਤਾ, ਉਦੋਂ ਵੱਡੀ ਦਾ ਕਰਤਾ। ਬਸ ਆਹ ਡਰਾਮੇਬਾਜ਼ੀ ਆ, ਹੋਰ ਕੋਈ ਨਹੀਂ। ਮੈਂ ਨਹੀਂ ਕਿਸੇ ਵੀ ਅੱਛੀ ਕਿਤਾਬ ਦੇ ਵਿੱਚੋਂ ਸਟੱਡੀ ਕੀਤਾ ਕਿ ਉਹਦਾ ਕੋਈ ਤਸੀਰ ਦਾ ਫਰਕ ਆ ਜਾਂ ਕੋਈ, ਮੈਨੂੰ ਨਹੀਂ ਆਈਡੀਆ ਕਿ ਮੈਂ ਕੋਈ ਇੱਦਾਂ ਦੀ ਕੋਈ ਚੀਜ਼ ਦੇਖੀ। ਤੁਸੀਂ ਅਗਰ ਦੇਖੀ ਤਾਂ ਲਾਜ਼ਮੀ ਕਮੈਂਟਸ ਕਰਿਓ ਤਾਂ ਕਿ ਮੈਨੂੰ ਵੀ ਪਤਾ ਲੱਗ ਜਾਵੇ। ਤੇ ਇਹ ਗੱਲ ਆ ਸਾਰੀ। ਬਾਕੀ ਦੇਖੋ ਅੱਲਾਹ ਤਾਲਾ ਦੇ ਜਿੰਨੇ ਨਬੀ ਆਏ ਆ ਨਾ, ਤਕਰੀਬਨ ਸਭ ਨੇ ਹੀ ਬੱਕਰੀਆਂ ਚਰਾਈਆਂ ਤਕਰੀਬਨ। ਔਰ ਸਭ ਤੋਂ ਅੱਛੀ ਗੱਲ ਇਹ ਆ ਕਿ ਅੱਲਾਹ ਤਾਲਾ ਦੇ ਜਿਹੜੇ ਆਖਰੀ ਨਬੀ ਆਏ, ਜਿਹੜੇ ਸਾਡੇ ਤੁਹਾਡੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਉਹਨਾਂ ਨੇ ਵੀ ਬੱਕਰੀਆਂ ਚਰਾਈਆਂ।
बल्कि आप सल्लल्लाहु दी बकरियां दे नाम मौजूद आ। ठीक है। और बल्कि मैं एक किताब चो पढ़ रहा सी कि आप सल्लल्लाहु अलैहि वसल्लम ने बहुत थोड़ी उजरत के उत्ते बकरियां चराइयां। ये फिक्रा पढ़ के मैं तकलीफ भी हुई कि बहुत थोड़ी उजरत ते बकरियां चराइयां। थोड़ी उजरत क्यों दी? मेरा ख्याल कोई गैर मुस्लिम बंदा सी शायद। अगर मेरा थोड़ा जिहा अजकल हाफजा थोड़ा वीक होया, चीज़ां मैं भुल भी जाना। अगर मेरे को कोई गलती हो जाए तो बजाए मैं तो फतवा लाइओ, मैनू करैक्शन कर दिओ, मैं दोबारा रीमाइंड कर लाँगा। लेकिन कमेंट सैक्शन दस्सिओ कि मैं सही कह रहा। मैं ये पढ़िया सी कि आप सल्लम ने बकरियां एक किसी गैर मुस्लिम दियां चराइयां और बहुत थोड़ी उजरत चराइयां। ये फिक्रा पढ़ के मैनू बहुत तकलीफ हुई सी कि थोड़ी उजरत नहीं होनी चाहिए सी, पैसे तो पूरे मिलते मजदूरी दे। चलो खैर, लेकिन कहने का मकसद ये है कि यह काम कितना अच्छा। ये भी देखो तुसीं सानू सलाह लैनी पैंदी, सलाह की लोड़ नहीं, काम अच्छा। उसकी वजह यह है कि जो सारे नबियों ने काम किया, ये घाटे का काम होंदा तो फिर अल्लाह के नबी करते। और सब तो वड्डी गल है कि साडे नबी हज़रत मुहम्मद सल्लल्लाहु अलैहि वसल्लम ने काम कीता। मैं जिद्दां तुहानूं दस्सिया, जिद्दां मैं पढ़िया मैं वो गल तुहानूं सुनाई। हुण ना थोड़ा जिहा फीडां चेंज हो गई, थोड़ा जिहा खुराकां चेंज हो गई। अगे ये जानवर जिहड़ा हुंदा सीगा बाहर खुला एरिया हुंदा सी। अरब की गल कर रहा मैं ना, क्योंकि अपना अरब नाल ही ज़्यादा लिंक है इस हवाले नाल। नबी उधर आए सारे, वो चरदियां सी ते वन सवना पट्ठा खांदियां सी। वो वसायल उदों दे होणगे। हुण ये चीज़ां चेंज हो गई। हुण बाहर तो चराई है ही नहीं। आ तो आपदियां जगह साडियां वेलियां पईयां, जिद्दां कि आ वढ आ जां असीं वो लाए आ ते नज़दीक आ, सानूं असीं छड्ड के इन्हां नूं छड्ड लैंदे झट। जे टाइम होवे ते ना होवे ते पट्ठे पा दईदे जां वंडे आए हुए आ वो चीज़ां पा दईदियां। ते ये काम अच्छा हैगा, लेकिन इनू ना थोड़ा सीखना पैगा। हुण असल चीज़ ये तो फोकस करो। इनू बगैर सीखण तो करोगे फिर नुकसान नहीं वो हो सकता। एक जानवर, क्योंकि माफ़ी किसी को नहीं हैगी। हुण जेड़ा बंदा भी आएगा ना, अगर बकरी नूं नज़ला ज़ुकाम आ, वो आया थोड़ा 2000 है नहीं, डॉक्टर आया, पता नहीं वो डॉक्टर होएगा या की चीज़ होएगी। वो डॉक्टर भी इदां दे, मैं तुहानूं एक गल सुणाई देवां। कुर्बानी के दिन जो होंगे ना, कुर्बानी दे खास कर कराची मेन टारगेट आ। कराची, लाहौर दे विच इदां दी कोई चीज़ मैं वैसे नहीं सुनी ना दूसरे। कराची दे विच एक बंदा सी, वो ना वो बच्छा लैके गया मंडी दे विचों कराची। उन्हें वो बच्छे ने ना, वो बच्छा किते थक्या सी बहुत ज़्यादा। उन्हें मंडी चों लिया, उतों आपदी मुकामी मंडी चों। वो बच्चा थक्या होया, इन्ना थक्या सी कि दूरों ही सफ़र करके वो किते मंडी च पहुंचे सी ते अगों उहदा सौदा हो गया ते वो लै गए घर। वो बच्चा नज़र आ रहा सी कि थक्या होया, लेकिन वो मालक जिहड़ा लैके गया ना, वो बेचारा बड़ा परेशान सी कि यार ये पानी नहीं पी रहा ते ये जिहड़ा ना पट्ठे नहीं खा रहा। उन्हें ना मैनूं ओहदी वीडियो बना के भेजी कि भाई तारक आ देखी यार कि माड़ा जिहा इनू की मसला। अच्छा, वो मैं ना वीडियो देखी तो देख के मैं उन्होंने कहा यार थक्या होया है। मैं तो इतों लागों लैके आया। मैं क्या तू लागों लैके आया ना, पिछों पता नहीं कितों आया, लेकिन इनू बहुत ज़्यादा थकावट है, बैठा रहता। पैनाडोल दी कोई 4 गोलियां दे दो इनू, तो बाद थोड़ा पानी दे दियो तो हो जाएगा सही। वो शायद उसकी तसल्ली ना हुई मेरी गल ते। उन्हें दवा दवा ना डॉक्टर को फोन किया। डॉक्टर आया, डॉक्टर ने आके जो बच्चे देखा उन्हें कहा ये फिफरे बदलने पैने हैं, फिफरे ही खत्म हो गए ये यार, फिफरे मुक गए ये। हुण थकावट हुई है उन्होंने भी, वो बस हुई पई गरीब की, उहदे को खड़े नहीं होया जाता। वो हुण डॉक्टर कही जाता कि फिफरे मुक गए। मेन चीज़ ये है कि डराउना बंदा, मालक डरेगा तो पैसे भरेगा ना। जे उन्होंने कहता यार इनू थकावट आ टीका ला दे, तो उन्हें कहना ले फड़ 300 रुपये। 300 ना गल नहीं बननी, रुपया 5000 चाहिए। हुण वो फिफरे या वो कोई गुरदे या कोई दिल फेल करूगा तो उन्होंने 5 दूगा ना। कोई टीका इधरों खब्बे पासे लाएगा, कोई सज्जे पासे लाएगा। बिल्कुल इदा ही होंगी है, ईद के दिन तो इदा ही होंगी है। अगों मगों का मैनू नहीं पता। अच्छा, उन्हें ना वो बेचारा बड़ा होर परेशान हो गया। पहले ही परेशान सी, खनी मेरा जानवर बीमार आ गया। वो पहले उसकी परेशानी मुक नहीं रही सी, उत्तों नवी मुसीबत पाती। डॉक्टर ने आ गया, डॉक्टर ने उन्होंने ना, वो डॉक्टर हजे उत्थे सी जो मैंने फोन किया कि यार डॉक्टर तो कहता ये फिफरे खराब आ। मैं कहा यार तू डॉक्टर को पुछ ला उन्हें किन्ने पैसे लेने आ, उदा उदा ही मुकला। उन्होंने कहा यार तेरी मेहरबानी है, तू जो 1000-1500 लेना मेरी जान छड्ड। मैं कहा तू जान छड्ड, तू कि सद्या इनू चला जाएगा। मैं उन्होंने कहा कि कल शाम को ये सारा कुछ करना शुरू कर देगा थोड़ा थोड़ा, परसों होर बेहतर हो जाएगा, उस तो अगले दिन होर बेहतर हो जाएगा।
ਮੈਂ ਫਿਰ ਉਹਨੂੰ ਕਿਹਾ ਕਿ ਜਦੋਂ ਤੁਸੀਂ ਨਾ ਇਹਦੇ ਅੱਗੇ ਪਾਣੀ ਰੱਖਿਆ ਇਹਨੂੰ ਪਿਲਾਉਣ ਵਾਸਤੇ ਤੇ ਮੈਨੂੰ ਉਦੋਂ ਵੀਡੀਓ ਕਾਲ ਕਰੀ ਮਾੜੀ ਜੀ ਜਾਂ ਮੈਨੂੰ ਵੀਡੀਓ ਬਣਾ ਕੇ ਦੇ ਦੀ। ਉਹਨਾਂ ਦੇ ਨਾ ਉਹ ਜਿਹੜਾ ਬੰਦਾ ਸੀਗਾ ਉਹ ਵਿਚਾਰਾ ਨੌਕਰੀ 'ਤੇ ਚਲਾ ਜਾਂਦਾ ਸੀ, ਪਿੱਛੇ ਬੱਚੇ ਸੀਗੇ ਤਕਰੀਬਨ 10 11 ਸਾਲ ਦੇ 12 ਸਾਲ ਦੇ। ਉਹਨਾਂ ਨੂੰ ਇਹਨਾਂ ਪਤਾ ਨਹੀਂ ਸੀਗਾ, ਉਹਨਾਂ ਨੂੰ ਉਹਨੇ ਕਹਿ ਦੇਣਾ ਵੀ ਬੇਟਾ ਤੁਸੀਂ ਘਰ ਹੈ ਨਾ ਇਹਨੂੰ ਪਾਣੀ ਛੱਡ ਪਿਲਾ। ਉਰਦੂ ਬੋਲਦੇ, ਉਰਦੂ ਸਾਰੀ ਉਰਦੂ ਸਪੀਕਿੰਗ ਸੀ ਉਹਨਾਂ ਦੀ, ਵੀ ਪਾਣੀ ਪਿਲਾ ਦਿਓ। ਉਹ ਬੱਚਿਆਂ ਨੇ ਨਾ ਮੈਨੂੰ ਵੀਡੀਓ ਬਣਾ ਕੇ ਭੇਜੀ, ਬਾਲਟੀ ਲੰਬੀ ਸੀਗੀ ਵਾਵਾ ਤੇ ਪਾਣੀ ਉਹ ਛੋਟੇ ਸੀਗੇ, ਆਪ ਇੰਨਾ ਚੁੱਕ ਹੀ ਨਹੀਂ ਹੁੰਦਾ ਸੀ, ਪਾਣੀ ਇੰਨਾ ਕੁ ਪਾਉਂਦੇ ਸੀ ਥੱਲੇ, ਇੰਨਾ ਕੁ ਪਾਣੀ ਪਾਉਣਾ। ਉਹ ਲੰਮੀ ਸੀ ਤੇ ਬੱਚੇ ਦਾ ਮੂੰਹ ਹੀ ਨਹੀਂ ਸੀ ਪਹੁੰਚਦਾ। ਅੱਛਾ ਉਹਨਾਂ ਨੇ ਨਾ ਉਹ ਬੱਚਾ ਕੋਸ਼ਿਸ਼ ਕਰ ਰਿਹਾ ਸੀ ਪਾਣੀ ਪੀਣ ਦੀ, ਲੇਕਿਨ ਉਹਦਾ ਮੂੰਹ ਲੱਗੇ, ਉਹ ਬਾਲਟੀ ਦੀ ਲੈਂਥ ਜ਼ਿਆਦਾ, ਵਿੱਚ ਪਾਣੀ ਥੋੜਾ ਬੱਚੇ ਸੀ, ਚੁੱਕ ਨਹੀਂ ਹੁੰਦਾ। ਅੱਛਾ ਮੈਨੂੰ ਉਹਨਾਂ ਨੇ ਜਦੋਂ ਭੇਜੀ ਮੈਨੂੰ ਪਤਾ ਲੱਗ ਗਿਆ, ਮੈਂ ਫੌਰਨ ਉਸ ਭਾਈ ਨੂੰ ਕਾਲ ਕੀਤੀ। ਮੈਂ ਕਿਹਾ ਯਾਰ ਉਹਨੂੰ ਨਾ ਮੈਂ ਕਿਹਾ ਕਿਸੇ ਦੌਰੇ 'ਚ ਪਾਣੀ ਤਾਂ ਵੀ ਆ ਜਾਣਾ, ਬੱਠਲ ਹੁੰਦਾ ਉਹਦੇ 'ਚ ਮੈਂ ਕਿਹਾ ਪਾਣੀ ਪਾ ਕੇ ਰੱਖ। ਉਹਨੇ ਨਾ ਆਪਣੇ ਬੱਚਿਆਂ ਨੂੰ ਫੋਨ ਕੀਤਾ ਵੀ ਤੁਸੀਂ ਬੱਠਲ 'ਚ ਪਾਣੀ ਪਾਓ। ਜਦੋਂ ਬੱਠਲ 'ਚ ਪਾਣੀ ਪਾਇਆ, ਯਕੀਨ ਕਰੋ ਉਹ 4-5 ਬੱਠਲ ਪਾਣੀ ਦੇ ਪੀ ਗਏ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਆ ਬੱਚਿਆਂ ਕੋਲ ਚੁੱਕ ਨਹੀਂ ਹੋਇਆ ਤੇ ਆ ਮਸਲਾ ਇੱਥੇ ਸੀ। ਹੁਣ ਮੈਂ ਕਿਹਾ ਇਹਦੇ ਫਿਫਰੇ ਸਹੀ ਹੋ ਗਏ। ਉਹ ਜਦੋਂ ਉਹਨੇ ਪਾਣੀ ਪੀਤਾ, ਥੋੜ੍ਹਾ ਪੱਖੇ ਅੱਗੇ ਉਹਨੂੰ ਪਾਇਆ, ਵੱਛਲ ਥੋੜ੍ਹੀ ਸੁਰਤ ਆਈ, ਉਹਨੂੰ ਪੈਰਾਡੋਲ ਦੀਆਂ ਗੋਲੀਆਂ ਦਿੱਤੀਆਂ। ਸ਼ਾਮ ਤੱਕ ਜਾ ਕੇ ਨਾ ਉਹਨੇ ਹਲਕਾ ਮੂੰਹ ਪੱਠਿਆਂ ਨੂੰ ਵੀ ਲਾਉਣਾ ਸ਼ੁਰੂ ਕਰ ਲਿਆ। ਬੱਚਾ ਹੈ ਹੀ ਸਹੀ ਸੀ। ਹੁਣ ਇਹਦਾ ਇਹ ਮਤਲਬ ਨਹੀਂ ਕਿ ਉਹ ਮੇਰੇ ਪ੍ਰਾਈਸ ਸੈਂਟਰ ਤੋਂ ਪੜ੍ਹ ਕੇ ਨਹੀਂ ਗਿਆ ਤੇ ਮੈਂ ਅਗਲੇ ਬੰਦੇ ਦੀ ਜਾਨ ਕੱਢਦਾ ਉਹਨੂੰ ਡਰਾਦਾ। ਯਾਰ ਇਹ ਤਾਂ ਕੋਈ ਗੱਲ ਨਹੀਂ ਨਾ। ਜੇ ਇੱਕ ਬੰਦੇ ਨੇ ਤੁਹਾਨੂੰ ਫੋਨ ਕਰ ਹੀ ਲਿਆ, ਤੁਸੀਂ ਉਹਦੀ ਸਹੀ ਗੱਲ ਤਾਂ ਕਰੋ, ਕੋਈ ਮਸਲਾ ਨਹੀਂ। ਉਹ ਸਾਡਾ ਭਰਾ ਵਾ, ਉਹਨੇ ਮੰਡੀ 'ਚੋਂ ਲੈ ਲਿਆ ਤੇ ਉਹਦੇ ਨਸੀਬ। ਲੇਕਿਨ ਮੇਰਾ ਮੇਨ ਮਕਸਦ ਕਹਿਣ ਦਾ ਇਹ ਸੀ ਕਿ ਡਾਕਟਰਾਂ ਦੇ ਵਿੱਚ ਇਹ ਹਿਸਾਬ ਆ ਕਿ ਨਜ਼ਲਾ ਜ਼ੁਕਾਮ ਹੋ ਗਿਆ। ਇੱਕ ਬੰਦਾ ਹੋਰ ਸੀ ਇੱਥੇ, ਰਿਟਾਇਰ ਮਾਸਟਰ ਸੀ, ਸਰਕਾਰੀ ਟੀਚਰ ਸੀਗਾ, ਉਹ ਰਿਟਾਇਰ ਹੋਇਆ ਸੀ। ਮੇਰੇ ਕੋਲ ਆਉਂਦਾ ਰਿਹਾ, ਹਜੇ ਵੀ ਆਉਂਦਾ ਮੇਰੇ ਕੋਲੇ। ਬਹੁਤ ਅੱਛਾ ਬੰਦਾ, ਰਿਹਾਇਸ਼ ਉਹਨਾਂ ਦੀ ਸ਼ਹਿਰ ਆ ਤੇ ਇੱਥੇ ਨਾਲ ਹੀ, ਸਾਡੇ ਨਾਲ ਹੀ ਬਿਲਕੁਲ ਆ। ਹੁਣ ਹੀ ਆ ਭੇਡਾਂ ਲਈਆਂ ਉਹਨਾਂ ਨੇ 100 ਮੇਰਾ ਖਿਆਲ ਆ, 100 ਕਿ ਕਿੰਨੀਆਂ ਹੈ ਨਾ, ਕਿਸੇ ਨੇ ਵੇਚੀਆਂ ਤੇ ਉਹਨਾਂ ਨੇ ਲਈਆਂ। ਤੇ ਉਹਨਾਂ ਦੀ ਸਮਝ 'ਚ ਆਇਆ ਨਹੀਂ ਕੰਮ, ਸਮਝ 'ਚ ਨਾ ਆਇਆ ਉਹਨਾਂ ਨੂੰ। ਇੱਕ ਉਹਨਾਂ ਨੂੰ ਲੇਬਰ ਦਾ ਬੜਾ ਮਸਲਾ ਆਇਆ ਸੀ, ਕਿਉਂਕਿ ਸਾਨੂੰ ਬੰਦਾ ਨਹੀਂ ਲੱਭਦਾ ਕੰਮ ਕਰਨ ਲਈ। ਇਹ ਹੁਣ ਮੈਂ ਸੁਣਿਆ ਕੱਲ੍ਹ ਪਰਸੋਂ ਮੈਨੂੰ ਪਤਾ ਲੱਗਾ ਕਿ 100 ਦੀ 100 ਵੇਚਦੇ ਆ। ਮੈਨੂੰ ਉਹ ਆਪ ਤਾਂ ਨਹੀਂ ਮਿਲੇ, ਮੈਨੂੰ ਕਿਸੇ ਹੋਰ ਬੰਦੇ ਨੇ ਦੱਸਿਆ ਕਿ ਮਾਸਟਰ ਸਾਹਿਬ ਨਾਲ ਵੇਚਦੇ। ਉਹ ਵਿਚਾਰੇ ਹੁਣ ਨਵੇਂ ਬੰਦੇ ਫਸੇ, ਉਹਨਾਂ ਦੀ ਨਾ ਭੇਡ ਇੱਕ ਸੂਣ ਲੱਗੀ, ਉਹਨੂੰ ਕੋਈ ਦਰਦ ਹੋਇਆ ਤੇ ਉਹਨਾਂ ਨੇ ਨਾ ਉਹ ਡਾਕਟਰ ਵੀ ਨਹੀਂ ਸੀ ਮੁੰਡਾ, ਉਹ ਆ ਵੈਕਸੀਨੇਟਰ ਨਹੀਂ ਫਿਰਦੇ ਹੁੰਦੇ ਗੌਰਮੈਂਟ ਦੇ, ਉਹ ਸੀ, ਉਹਦਾ ਨੰਬਰ ਉਹਨਾਂ ਨੇ ਕਿਤੇ ਲਿਆ ਹੋਇਆ ਸੀ। ਉਹ ਵੈਕਸੀਨੇਟਰ ਨੂੰ ਫੋਨ ਕੀਤਾ। ਵੈਕਸੀਨੇਟਰ ਦਾ ਕੀ ਜਾਵੇ ਯਾਰ, ਡਿਲੀਵਰੀ ਕੀ ਹੁੰਦੀ ਆ, ਜਾਂ ਤੁਹਾਡਾ ਗਾਂ ਸੂ ਪਈ ਉਹ ਕੀ ਸ਼ੈ ਆ, ਜਾਂ ਕੀ ਆ ਦੁੱਖ ਦਰਦ। ਵੈਕਸੀਨੇਟਰ ਦਾ ਕੰਮ ਆ ਵੀ ਟੀਕਾ ਲਾਉਣਾ। ਉਹ ਵੈਕਸੀਨ ਹੁੰਦੀ ਗੌਰਮੈਂਟ ਦੀ, ਜਿੱਦਾਂ ਕੱਲ੍ਹ ਆ PPR ਦੀ ਕਰਕੇ ਗਏ ਬੱਕਰੀਆਂ ਦੀ, ਮੈਂ ਵੱਛਿਆਂ ਦੀ ਵੀ ਕਰਾਈ ਆ, ਚੌੜੇ ਮਾਰ ਦੀ। ਬਸ ਆਹੀ ਕੰਮ ਆ ਟੀਕਾ ਹੀ ਲਾਉਣਾ ਆਉਂਦਾ, ਬਸ ਭਰੀ ਤੇ ਖੋਬਤੀ ਬਸ। ਉਹ ਕੰਮ ਤਾਂ ਅਸੀਂ ਵੀ ਕਰ ਰਹੇ ਨੇ। ਭਾਈ ਅਰਸ਼ਦ ਦਾ ਕੈਮਰੇ ਦੇ ਪਿੱਛੇ ਮਾਸ਼ਾਅੱਲਾ ਬੜਾ ਸੋਹਣਾ ਟੀਕਾ ਲਾ ਲੈਂਦੇ ਜਾਨਵਰ ਨੂੰ, ਬਲਕਿ ਉਹਨਾਂ ਨਾਲੋਂ ਬਿਹਤਰ ਦੇਖ ਲੈਂਦੇ। ਉਹਨੂੰ ਲੈਣ ਦਾ ਵੀ ਯਾਰ ਮੇਰੀ ਭੇਡ ਸੂੰਦੀ ਪਈ ਆ, 2 ਜਾਂ 3 ਸੂੰਦੀਆਂ ਪਈਆਂ ਸੀ, ਉਹਨੇ ਜਨਾਬ ਉਹਨਾਂ ਨੂੰ 2 ਟੀਕੇ ਲਾਏ, ਉਹ ਸੂ ਪਈਆਂ, ਸਾਰਾ ਕੁਛ ਹੋ ਗਿਆ। ਜਾਣ ਲੱਗਿਆ ਬਿੱਲ ਬਣਿਆ ਉਹਦਾ ਉਹ 12,000 ਰੁਪਈਆ, 4-4,000 ਰੁਪਈਆ। ਉਹ ਬੰਦਾ ਉਹਦੇ ਮੂੰਹ ਵੱਲ ਹੀ ਵੇਖੇ ਵੀ ਇਹਦਾ ਸਵਾਈ ਦਾ ਹੁਣ ਇੱਕ ਦਾ 4,000 ਰੈਤ ਕਰਕੇ ਸਾਰਾ ਮੁੱਕ ਮਕਾ ਲੜ ਭਿੜ ਕੇ। ਸ਼ਾਮੀ ਮੈਨੂੰ ਉਹਨੇ ਫੋਨ ਕੀਤਾ, ਮਾਸਟਰ ਸਾਹਿਬ ਨੇ ਮੈਨੂੰ ਫੋਨ ਕੀਤਾ ਕਿ ਤਾਰਕ ਤੁਹਾਡੀ ਇਹ ਕੋਈ ਬੱਕਰੀ ਦਾ ਇੱਦਾਂ। ਮੈਂ ਕਿ ਸਾਡਾ ਹੁੰਦਾ ਹੀ ਨਹੀਂ, ਅਸੀਂ ਸਾਰਾ ਆਪ ਹੀ ਕਰੀਦਾ ਬੱਕਰੀਆਂ ਦਾ, ਇਹ ਸਾਡਾ ਆਪਣਾ ਜ਼ਾਤੀ ਹੈ। ਤੇ ਮੈਂ ਸ਼ਰੀਕ ਤੇ ਡਾਕਟਰ ਨੂੰ, ਭਾਈ ਅਰਸ਼ਦ ਨੂੰ ਵੀ ਮਨਾ ਕੀਤਾ ਹੋਇਆ ਕਿ ਯਾਰ ਤੁਸੀਂ, ਅੱਛਾ ਆਹ ਚੀਜ਼ ਆ ਮੇਨ, ਤੁਸੀਂ ਨਾ ਅਗਰ ਫਾਰਮ ਬੱਕਰੀਆਂ ਦਾ ਬਣਾਉਣਾ, ਪਹਿਲੇ ਨੰਬਰ ਤੇ ਤੁਸੀਂ ਆਪ ਟ੍ਰੇਨਿੰਗ ਲੈਣੀ ਆ, ਪੂਰੀ ਟ੍ਰੇਨਿੰਗ ਲੈਣੀ ਆ। ਉਸ ਤੋਂ ਬਾਅਦ ਜਿਹੜਾ ਬੰਦੇ ਦੇ ਤੁਸੀਂ ਜ਼ਿੰਮੇ ਲਾਇਆ ਵਿੱਚ ਕੰਮ ਕਰਨ ਵਾਸਤੇ ਬੰਦਾ ਛੱਡਿਆ, ਉਹਦੀ ਵੀ ਟ੍ਰੇਨਿੰਗ ਤੁਹਾਡੀ ਜ਼ਿੰਮੇਵਾਰੀ ਆ ਅਗਰ ਤੁਸੀਂ ਕਾਮਯਾਬ ਫਾਰਮ ਕਰਨਾ। ਤੇ ਜੇ ਤੁਸੀਂ ਉਹ ਬੰਦਾ ਟ੍ਰੇਨ ਨਹੀਂ ਨਾ ਕੀਤਾ ਤਾਂ ਵੀ ਫਾਇਦਾ ਨਹੀਂ। ਤੁਹਾਡੇ ਉਸ ਬੰਦੇ ਨੂੰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਇਸ ਬਿਮਾਰੀ ਤੇ ਆਹ ਦਵਾਈ ਦੇਣੀ, ਇੰਨੀ ਉਮਰ 'ਚ ਆਹ ਦੇਣੀ ਆ, ਆਹ ਦੇਣੀ। ਹਾਂ ਕਿਸੇ ਚੀਜ਼ ਦਾ ਨਹੀਂ ਪਤਾ ਤੇ ਫਿਰ ਤੁਸੀਂ ਮਸ਼ਵਰਾ ਕਰੋ, ਫਿਰ ਜਾ ਕੇ ਤੁਸੀਂ ਇਹਨੂੰ ਅੱਗੇ ਤੋੜ ਚੜਾਓਗੇ। ਤੇ ਜੇ ਤੁਸੀਂ ਉਹ ਡਾਕਟਰ ਤੇ ਰਹਿ ਗਏ, ਮਾੜੀ ਜੀ ਗੱਲ ਤੇ ਫੋਨ, ਤੇ ਫਿਰ ਸਮਝਿਓ ਇੱਕ ਫੋਨ 2-3 ਹਜ਼ਾਰ ਦਾ ਪੈਣਾ, 2-3 ਹਜ਼ਾਰ ਦਾ ਇੱਕ ਫੋਨ ਪੈਣਾ, ਉਹ ਖੇ ਬਚਣੀ। ਉਹ ਲੈ ਦੇ ਕੇ ਜੀ ਉਹਨਾਂ ਨੇ ਉਹ 12-13 ਹਜ਼ਾਰ ਉਹਨਾਂ ਨੂੰ ਦੇ ਕੇ ਜਾਨ ਛੜਾਈ। ਤੇ ਉਹ ਵਿਚਾਰਾ ਮੇਰੇ ਕੋਲ ਆਇਆ ਬੜਾ ਪਰੇਸ਼ਾਨ ਹੋਇਆ, ਕਹਿੰਦਾ ਯਾਰ ਉਹਨੇ ਦੇ ਤਾਂ ਬੱਚੇ ਹੀ ਨਹੀਂ, ਮੈਂ ਵੇਚਣ ਦਾ ਕਹਿੰਦਾ ਮੇਰੇ ਉਹਨੇ ਦੇ ਤਾਂ ਬੱਚੇ ਨਹੀਂ ਵਿਕਣੇ। ਇੱਕ ਕਹਿੰਦਾ ਭੇਡ ਨੇ ਲੈ ਲਾ ਦਿੱਤਾ ਤੇ ਕਹਿੰਦਾ ਮੇਰਾ ਉਹ 4-4 ਹਜ਼ਾਰ ਉਹ ਲੈ ਗਿਆ, ਨਾਲ ਇਹ ਜਿਹੜੀਆਂ ਦਵਾਈਆਂ ਹਜੇ ਮੈਨੂੰ ਲਿਖ ਕੇ ਦੇ ਗਿਆ ਉਹ ਮੈਂ ਲਿਆਉਣੀਆਂ, ਉਹ ਪਤਾ ਨਹੀਂ 2-2 ਹਜ਼ਾਰ ਦੀਆਂ ਆਉਂਦੀਆਂ, ਕਿੰਨੇ ਦੀਆਂ ਆਉਂਦੀਆਂ। ਤੇ ਮੁਕਤਸਰ ਗੱਲ ਇਹ ਆ ਕਿ ਸਿਆਣੇ ਕਹਿੰਦੇ ਨਾ ਵੀ
ਸਲਾਹ ਲੈਣੀ ਚਾਹੀਦੀ ਆ, ਭਾਵੇਂ ਕੰਧ ਕੋਲ ਲਓ, ਤੇ ਮੈਂ ਕਹਿੰਦਾ ਸਲਾਹ ਲੈਣੀ ਕੰਧ ਕੋਲ ਚਾਹੀਦੀ ਹੈ ਜੇ ਤੁਸੀਂ ਕੰਮ ਕਰਨਾ। ਤੇ ਜੇ ਬੰਦਿਆਂ ਕੋਲ ਲਓਗੇ ਤੇ ਫਿਰ ਉਹ ਇਦਾਂ ਦੀਆਂ ਮਿਲਣੀਆਂ ਸਲਾਹਾਂ। ਆਪਦਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।